ਨੀਲੀ ਦੀ ਭੈਂਸ ਦੀ ਪਛਾਣ ਇਹ ਵੇ ਕਿ ਉਹਦੀ ਤਕਰੀਬਨ ਅੱਧ ਬਚ ਜਾਂਦਾ। ਜੇ 5 ਮਣ ਦੁੱਧ ਦੇ ਤੇ 2.5 ਸਮਝੋ ਕਿ ਬਚ ਗਿਆ, ਬਚਤ ਆ ਗਈ। ਉਹ ਤੇ ਬੱਚਤ ਦੀ ਸ਼ਰ੍ਹਾ ਹੋ ਗਈ ਨਾ। ਹਾਂਜੀ ਦੁੱਧ 5 ਮਣ ਹੋਇਆ। 5 ਮਣ ਰੋਜ਼ਾਨਾ ਦਾ जी डेली। बिस्मिल्लाहिर्रहमानिर्रहीम। अस्सलामु अलैकुम। फार्मिंग टिप्स में शाहिद अली अवान की जानिब से खुश आमदीद। नाजरीन, आज आपकी मुलाकात एक ऐसे किसान से करवाई जाएगी जो 3 भाई मिल के 30 जानवर संभालते हैं और माहाना माशाल्लाह 3 लाख कमाते हैं। ना सिर्फ जानवर संभालते हैं, अपने काम में भी खासी महारत रखते हैं और इन्होंने दोस्तों को हर चीज़ बताने में भी कोई बोहल या कंजूसी से काम नहीं लिया। तो चलें इनसे मिलते हैं और करते हैं बात। अस्सलाम वालेकुम। वालेकुम सलाम। क्या हाल है अंकल जी? अल्हम्दुलिल्लाह खैर। अच्छा अंकल जी, सबसे पहले नाज़रीन को मैं तारफ़ करवा दें कि ये जगह कौन सी है, आपका नाम क्या है? ये जी डले के ना जी। और आपका नाम? राशिद गुजर। अच्छा अंकल राशिद, कितने अरसे से ये कारोबार कर रहे हैं भैंसों का? ये जी शुरू तो कर रहे हैं। तकरीबन अंदाज़न कितने साल हो गए हैं? साढ़े पिछले वड्डे भी अबावे दास से। हाँ जी ठीक हो गया अगों। माशाल्लाह। इस टाइम आपके पास कितने जानवर मौजूद हैं? जानवर को तरीक है ना। कौन कौन सी जानवरों की नस्ल इस टाइम आपके पास मौजूद है? सारी नस्लों की। सब नस्लों में से बेहतर नस्ल कौन सी है? सब तो बेहतर तो नीली दी मझ है। नीली की? हाँ जी नीली दी। क्या पहचान है नीली के भैंस की जो है, कैसे पहचान? नीली दी भैंस दी पछाण ये वे कि ओदी मुंह पतला होएगा, धौन लंबी होएगी, पूछल पतली होएगी। ठीक है। अच्छा पहचान। हाँ जी। अच्छा, एक नीली की मझ जो है कितने की मिल जाती है औसतन? 10 से 12 किलो दूध देने वाली। 10-12 किलो दूध देने वाली मझ 2 लाख दी, 2.25 दी। ਮਾਈ ਤੇ 5-5 ਲੱਖ ਸੀ ਤਾਂ ਪਈ ਵੇਖਦੀ। 1.5 ਲੱਖ ਦੀ ਵੇਖਦੀ ਹੈ ਮੈਂ। ਯਾਨੀ ਉਹਨਾਂ ਦੀ ਖਸੂਸੀਅਤ ਤੇ ਡਿਪੈਂਡ ਕਰਦਾ ਹੈ। ਜੀ ਬਿਲਕੁਲ। ਅੱਛਾ ਦੁੱਧ ਤੇ ਵੀ ਨਹੀਂ ਡਿਪੈਂਡ ਕਰਦਾ। ਇੱਕ ਮੱਝ ਉਹ ਦੁੱਧ 10 ਕਿਲੋ ਦਿੰਦੀ ਹੈ, ਉਹ 3 ਲੱਖ ਦੀ ਵਿਕ ਜਾਂਦੀ ਹੈ, 2.5 ਲੱਖ ਦੀ ਵਿਕ ਜਾਂਦੀ ਹੈ। ਠੀਕ ਹੈ। ਇੱਕ ਮੱਝ ਉਹ ਦੁੱਧ 10 ਕਿਲੋ ਦਿੰਦੀ ਹੈ, ਉਹ 1.5 ਲੱਖ ਦੀ ਮਿਲ ਜਾਂਦੀ ਹੈ। ਕੀ ਵਜ੍ਹਾ ਕਿ ਇੰਨਾ ਫਰਕ ਹੈ? ਇਹ ਬਸ ਡੰਗਰ ਤੇ ਡਿਪੈਂਡ ਹੁੰਦਾ, ਦੁੱਧ ਤੇ ਨੇ, ਸੌਣ ਤੇ। ਹਾਂਜੀ जानवर सोना हो जाए कीमत बहुत ही लग जाती है। हाँ जी हाँ जी। तुसी इस टाइम इत्थे किन्ने जानवर रखे ने? ये 30 जानवर है जी। ते दुध देने वाले किन्ने जे? कुछ 4-5 विच सोना वाले ने, दूजे सारे दुध वाले ने। यानी तकरीबन 25 ਦੇ ਕਰੀਬ ਤੁਹਾਡੇ ਜਾਨਵਰ ਦੁੱਧ ਦੇ ਰਹੇ ਨੇ। ਹਾਂਜੀ। ਤੇ ਤੁਹਾਨੂੰ ਰੋਜ਼ਾਨਾ ਦੀ ਕੀ ਔਸਤ ਹਾਸਲ ਹੋ ਰਹੀ ਹੈ ਇਹਨਾਂ ਜਾਨਵਰਾਂ ਤੋਂ? ਤਕਰੀਬਨ ਅੱਧ ਬਚ ਜਾਂਦਾ। ਜੇ 5 ਮਣ ਦੁੱਧ ਦੇ ਤੇ 2.5 ਸਮਝੋ ਕਿ ਬਚ ਗਿਆ, ਬਚਤ ਆ ਗਈ। ਉਹ ਤੇ ਬੱਚਤ ਦੀ ਸ਼ਰ੍ਹਾ ਹੋ ਗਈ ਨਾ। ਹਾਂਜੀ। ਦੁੱਧ 5 ਮਣ ਹੋਇਆ। 5 ਮਣ ਰੋਜ਼ਾਨਾ ਦਾ ਜੀ ਡੇਲੀ। ਤੇ ਤੁਸੀਂ ਇਹਨਾਂ ਦੀ ਕੀ ਖਾਤਰਦਾਰੀ ਕਰ ਰਹੇ ਹੋ ਕਿ ਤੁਹਾਡਾ ਅੱਧਾ ਖਰਚਾ ਹੋ ਜਾਂਦਾ ਹੈ? ਖਾਤਰਦਾਰੀ ਜੀ ਫੀਡ ਡੰਗਰ ਨੂੰ ਕੋਈ 3-3 ਕਿਲੋ 4-4 ਕਿਲੋ ਵੰਡਾ ਜਿਹੜਾ ਕਰਾ, ਖਾਲ, ਚੋਖਰ ਤੇ ਹੋਰ ਮਿਰਚ ਮਸਾਲਾ ਤੇਲ। ਠੀਕ ਹੈ। ਇਹ ਦੇਣਾ ਪੈਂਦਾ ਮਾਲ ਨੂੰ, ਤਾਂ ਮਾਲ ਸੈੱਟ ਰਹਿੰਦਾ। ਯਾਨੀ ਤੁਸੀਂ 3 ਤੋਂ 4 ਕਿਲੋ ਵੰਡੇ ਦੇ ਨਾਲ ਮਿਰਚ ਮਸਾਲਾ ਲੂਣ ਵੀ ਦੇ ਰਹੇ ਹੋ। ਹਾਂਜੀ। ਤੇ ਚਾਰੇ ਦੇ ਵਿੱਚ ਕਿਹੜੀ ਕਿਹੜੀ ਚੀਜ਼ ਸ਼ਾਮਲ ਕਰਦੇ ਹੋ? 1000 ਰੁਪਏ ਦਾ ਦੁੱਧ ਦਿੰਦੀ ਹੈ, 500 ਦਾ ਖਰਚਾ ਲਾ ਲਓ। 500 ਖਰਚ ਲਾ ਲਈਏ। ਹਾਂਜੀ। ਤੁਸੀਂ ਉਹਦੇ ਚਾਰੇ ਦੇ ਵਿੱਚ ਕਿਹੜੀਆਂ ਚੀਜ਼ਾਂ ਪਾ ਰਹੇ ਹੋ? ਚਾਰੇ ਦੇ ਵਿੱਚ ਕਮਾਦ ਪਾ ਰਹੇ ਆ, ਤੇ ਪਰਾਲੀ ਪਾ ਰਹੇ ਆ, ਤੂੜੀ, ਇਹ ਚੀਜ਼ਾਂ ਮਿਕਸ ਕਰਕੇ ਮਿਕਸ। ਤੇ ਇੱਕ ਜਾਨਵਰ ਜੋ ਤੁਹਾਨੂੰ ਇਹ ਜਾਨਵਰ ਨੂੰ ਤੁਸੀਂ ਰੋਜ਼ਾਨਾ ਕਿੰਨੀ ਜਗ੍ਹਾ ਦਾ ਕਮਾਦ ਪਾ ਰਹੇ ਹੋ ਔਰ ਕਿੰਨੀ ਕੁ ਤੂੜੀ ਪਾ ਰਹੇ ਹੋ? ਤੂੜੀ ਤੇ ਇਹਨਾਂ ਜਾਨਵਰਾਂ ਨੂੰ ਜੇ ਨਿਰੀ ਪਾਈਏ ਤੇ ਫੇਰ ਤੇ 5-3 ਜਾਨਵਰਾਂ ਨੂੰ ਬੜੀ ਵੀ ਪਾਈਏ ਤੇ 7-8 ਮਣ ਤੂੜੀ ਪੈਂਦੀ। ਤੇ ਅੱਜ ਕੱਲ ਕਿਉਂਕਿ ਤੁਸੀਂ ਕਮਾਦ ਵੀ ਪਾ ਰਹੇ ਹੋ, ਤੇ ਕਮਾਦ ਕਿੰਨਾ ਕੁ ਪਾ ਰਹੇ ਹੋ? ਕਮਾਦ ਤੇ ਹਾਂਜੀ ਜਨਾ, ਇਹਦਾ ਵਜ਼ਨ ਤੇ ਕੋਈ ਨਹੀਂ। ਯਾਨੀ ਟਰਾਲੀਆਂ 'ਚ ਲਿਆ ਕੇ ਕਿੰਨੀਆਂ ਟਰਾਲੀਆਂ ਪੈ ਜਾਂਦੀਆਂ? ਇਹ ਕਮਾਦ ਕੋਈ ਫੀ ਜਾਨਵਰ ਮਣ ਖਾ ਹੀ ਜਾਂਦਾ ਕਮਾਦ। ਹਾਂਜੀ। ਤੇ ਇਸ ਤੋਂ ਇਲਾਵਾ ਤੂੜੀ ਵੀ ਖਾਂਦਾ ਹੈ ਜੀ। ਅੱਛਾ, ਤੁਸੀਂ ਇਹ ਦੱਸੋ ਕਿ ਜਦੋਂ ਕਮਾਦ ਭਾਰੀ ਹੋਈਏ ਉਦੋਂ ਤੂੜੀ ਦੀ ਵੀ ਜ਼ਰੂਰਤ ਹੁੰਦੀ ਹੈ? ਜੀ ਜ਼ਰੂਰਤ, ਬਿਲਕੁਲ ਜ਼ਰੂਰੀ ਹੈ। ਤੂੜੀ ਦਾ ਪੱਠੇ ਦੇ ਵਿੱਚ ਕੀ ਅਹਿਮੀਅਤ ਹੈ? ਨਿਰਾ ਕਮਾਦ ਜਿਹੜਾ ਹੈ ਬਿਲਕੁਲ ਨੁਕਸਾਨ ਦੇਵੇ ਮਾਲ ਨੂੰ। ਅੱਛਾ ਜੀ। ਅੰਦਰ ਨੇ ਕਮਾਦ ਬਾਦੀ ਵੀ ਹੁੰਦਾ, ਬਹੁਤ ਜ਼ਿਆਦਾ ਬਾਦੀ ਹੁੰਦਾ। ਇਹਦੇ ਵਿੱਚ ਹੋਰ ਕੋਈ ਪੱਠਾ ਪਾਈਏ, ਤੂੜੀ ਜਾਂ ਪਰਾਲੀ, ਤੇ ਫੇਰ ਇਹ ਫਾਇਦਾ ਦਿੰਦਾ। ਨਹੀਂ ਤੇ ਇਹਦੇ ਨਾਲ ਮਾਲ ਨੂੰ ਬੜਾ ਅਸਰ ਪੈਂਦਾ, ਬਾਦੀ ਦਾ ਥਣਾ ਤੇ ਅਸਰ ਪੈ ਜਾਂਦਾ। ਯਾਨੀ ਤੂੜੀ ਨਹੀਂ ਪੀਂਦੇ ਡੰਗਰ। ਤੂੜੀ ਬੜੀ ਜ਼ਰੂਰੀ ਹੈ। ਹਾਂਜੀ।
ਤੂੜੀ ਦੇ ਨਾਲ ਜਿਹੜੀ ਤੁਸੀਂ ਪਰਾਲੀ ਦੀ ਗੱਲ ਕੀਤੀ ਹੈ, ਪਰਾਲੀ ਤੇ ਡਾਕਟਰ ਲੋਕ ਕਹਿੰਦੇ ਨੇ ਕਿ ਨਹੀਂ ਠੀਕ ਹੁੰਦੀ ਜਾਨਵਰਾਂ ਵਾਸਤੇ। ਜਨਾਬ ਡਾਕਟਰ ਲੋਕ ਤੇ ਆਂਦੇ ਨੇ, ਬਾਕੀ ਪਿੰਡਾਂ ਦਾ ਮਾਹੌਲ ਹੀ ਜ਼ਿਆਦਾ ਇਹ ਵੇ ਕਿ ਸਿਆਲ ਪਰਾਲੀ ਜਿਹੜੀ ਹੈ ਨਾ ਸਸਤੀ ਹੁੰਦੀ ਹੈ, ਦੂਸਰੇ ਕਮਾਦ ਨੌਵੀਂ ਤੇ ਤੂੜੀ ਨੌਵੀਂ, ਉਹਦੇ ਨਾਲ ਕੋਈ ਬਿਮਾਰੀਆਂ ਪੈਦਾ ਨਹੀਂ ਹੁੰਦੀਆਂ? ਬਿਮਾਰੀਆਂ ਹੁੰਦੀਆਂ ਨੇ ਪੈਦਾ। ਕਿਸ ਕਿਸਮ ਦੀਆਂ ਬਿਮਾਰੀਆਂ ਹੋ ਸਕਦੀਆਂ ਨੇ? ਥਣਾ ਤੇ ਅਸਰ ਬੜਾ ਪੈਂਦਾ ਹੈ, ਚੰਗੀ ਪੈ ਜਾਂਦੀ ਪਰਾਲੀ ਹੈ, ਨਾਲ ਬਾਈਬਾਦੀ ਬਹੁਤ ਜ਼ਿਆਦਾ ਪਰਾਲੀ ਨਾਲ। ਹਾਂਜੀ ਠੀਕ ਹੈ। ਅੱਛਾ ਸਰ, ਪਰਾਲੀ ਅੱਜ ਕੱਲ ਤੁਸੀਂ ਤੂੜੀ ਪਾ ਰਹੇ ਹੋ ਔਰ ਕਦੀ ਤੁਸੀਂ ਵਿੱਚ ਪਰਾਲੀ ਵੀ ਮਿਕਸ ਕਰਦੇ ਹੋ, ਤੇ ਵੰਡਾ ਵੀ ਤੁਸੀਂ 3-4 ਕਿਲੋ ਪਾਉਂਦੇ ਹੋ। ਵੰਡੇ ਦੇ ਵਿੱਚ ਚੀਜ਼ਾਂ ਕਿਹੜੀਆਂ ਸ਼ਾਮਲ ਕਰਦੇ ਹੋ? ਵੰਡੇ ਦੇ ਵਿੱਚ ਚੋਖਰ, ਕਰਾ, ਦਲੀਆ, ਖਾਲ ਵੜੇਵਿਆਂ ਦੀ। ਠੀਕ ਹੈ। ਗਰਮੀਆਂ ਦੇ ਵਿੱਚ ਟੁੱਕਰ, ਕੌੜੀ ਖਾਲ। ਠੀਕ ਹੈ। ਇਹ ਜ਼ਿਆਦਾ ਅੱਜ ਕੱਲ ਤੁਸੀਂ ਵੰਡਾ ਸੁੱਕਾ ਪਾ ਰਹੇ ਹੋ ਜਾਂ ਭਿੱਜਾ? ਅੱਜ ਕੱਲ ਜ਼ਿਆਦਾ ਸੁੱਕਾ ਹੀ ਪਾਏ ਚੱਲਦਾ ਵੰਡਾ, ਤੇ ਕੁਝ ਭਿੱਜਾ ਵੀ ਪਾਉਂਦੇ ਹੋ? ਹਾਂਜੀ, ਭਿੱਜਾ ਘੱਟ ਇਹਨਾਂ ਦਿਨਾਂ ਦੇ ਵਿੱਚ। ਜਿਹੜੇ ਬੰਦੇ ਕਮਾਦ ਪਾਉਂਦੇ ਨੇ ਉਹ ਭਿੱਜਾ ਵੰਡਾ ਨਹੀਂ ਪਾਉਂਦੇ। ਠੀਕ ਹੈ। ਕੀ ਵਜ੍ਹਾ ਉਹਦੀ? ਉਹਦੀ ਵਜ੍ਹਾ ਇਹ ਵੇਖ ਕਮਾਦ ਵੀ ਠੰਡਾ ਤੇ ਵੰਡਾ ਵੀ ਭਿੱਜਾ ਜਿਹੜਾ ਉਹ ਤੇ ਸਰੀਰ ਠੰਡਾ ਹੋ ਜਾਂਦਾ। ਠੀਕ ਹੈ। ਮੱਝ ਗਾਂ ਜਿੰਨੀ ਅੰਦਰੋਂ ਹੀਟ ਚ ਰਹੇਗੀ ਉਹਨਾਂ ਉਹ ਦੁੱਧ ਜ਼ਿਆਦਾ ਦੇਗੀ। ਅੱਛਾ। ਜਦੋਂ ਉਹਦਾ ਮੇਜ਼ਾ ਠੰਡਾ ਹੋਈਏਗਾ ਉਹ ਦੁੱਧੋਂ ਘਟੇਗੀ। ਠੀਕ ਹੈ। ਪਿੰਡਿਓਂ ਵੀ ਘਟੇਗੀ। ਸਹੀ ਹੈ। ਅੱਛਾ ਮਾਸ਼ਾਅੱਲਾ ਅੰਕਲ ਜੀ, ਤੁਸੀਂ ਕਾਫੀ ਤਜਰਬਾਕਾਰ ਲੱਗ ਰਹੇ ਹੋ। ਤੇ ਤੁਸੀਂ ਗੱਲ ਕੀਤੀ ਸੀ ਮਿਰਚ ਮਸਾਲੇ ਦੀ, ਠੀਕ ਹੈ ਨਾ? ਮਿਰਚ ਮਸਾਲਾ ਇਹਨਾਂ ਨੂੰ ਕਿਹੜਾ ਦੇ ਰਹੇ ਹੋ? ਮਿਰਚ ਮਸਾਲਾ ਮਿਰਚਾਂ ਦਾਦੜ ਜੀ ਜਾਂ ਸਾਬਤ ਮਿਰਚ ਮਸਾਲਾ, ਇਹ ਮਿਰਚਾਂ ਤੇ ਤੇਲ ਰਿੰਨ ਕੇ ਉਹਦੇ ਵਿੱਚ ਹੋਰ ਪਾ ਲਓ, ਜਵੈਣ ਪਾ ਲਓ, ਗੰਢੇ ਪਾ ਲਓ, ਕਾੜੇ ਬਣਾ ਕੇ ਦਵੋ। ਤੇ ਮਿਰਚਾਂ ਜਿਹੜੀਆਂ ਨੇ ਇਹ ਜ਼ਰੂਰੀ ਨੇ, 8 ਦਿਨਾਂ ਬਾਅਦ ਮੱਝਾਂ ਨੂੰ ਤੇਲ ਤੇ ਮਿਰਚ ਇਹ ਜ਼ਰੂਰੀ ਹੈ। ਸਰਦੀਆਂ 'ਚ ਵੀ? ਸਰਦੀਆਂ 'ਚ ਬਹੁਤ ਹੀ, ਗਰਮੀਆਂ 'ਚ ਤੁਸੀਂ ਮਿਰਚਾਂ ਤੇਲੀਆਂ ਨੇ ਕਦੇ ਕਿਤੇ ਮਹੀਨੇ 20 ਦਿਨ। ਸਰਦੀਆਂ 'ਚ 8 ਦਿਨ ਮੱਝ ਨੂੰ ਮਿਰਚ ਤੇ ਤੇਲ ਨਾ ਮਿਲੇ ਤੇ ਮੈਂ ਖਰਾਬ ਹੋਈ ਹੈ। ਤੇਲ ਠੰਡਾ ਨਹੀਂ ਤਸੀਰ ਰੱਖਦਾ? ਠੰਡਾ ਨਹੀਂ ਰੱਖਦਾ। ਅੱਛਾ। ਤੁਸੀਂ ਤੇਲ ਜਿਹੜਾ ਨਾ ਤੇਲ ਸ਼ਾਮੀ ਦੇ ਲਓ ਮੱਝ ਨੂੰ, ਸੁਬਾਹ ਨੂੰ ਤੁਹਾਨੂੰ ਦੱਸੇਗੀ ਮੈਂ ਕਿ ਮੈਨੂੰ ਤੇਲ ਦਿੱਤਾ। ਦੇਸੀ ਤੇਲ? ਦੇਸੀ ਤੇਲ ਸਰੋਂ ਦਾ। ਹਾਂਜੀ। ਤੇ ਅੱਜ ਕੱਲ ਤੇ ਦੂਜਾ ਤਿਲਾਂ ਦਾ ਤੇਲ ਵੀ ਬਹੁਤ ਜ਼ਿਆਦਾ ਮਾਲ ਨੂੰ ਲੋਕ ਦਿੰਦੇ। ਅੱਛਾ, ਕਈ ਲੋਕ ਦੇਸੀ ਘਿਓ ਵੀ ਦਿੰਦੇ ਨੇ ਜੀ। ਉਹ ਤੇ ਜੀ ਬਹੁਤ ਜ਼ਿਆਦਾ ਅੱਛਾ ਹੈ ਨਾ, ਉਹ ਦਿੱਤਾ ਹੀ ਨਹੀਂ ਜਾਂਦਾ। ਅੱਛਾ। ਮਾਲ ਵਾਲੇ ਬੰਦਿਆਂ ਕੋਲ ਦਿੱਤਾ ਹੀ ਨਹੀਂ ਜਾਂਦਾ। 1400-1500 ਤੋਂ ਕਿਲੋ ਘਿਓ ਹੈ। ਠੀਕ ਹੈ। ਤੇਲ ਜਿਹੜਾ ਇਹ ਆ ਜਾਂਦਾ 6-7 ਕਿਲੋ ਉਹਨੇ ਦਾ। ਠੀਕ ਹੈ। ਇਹ ਮਾਮਲਾ। ਅੱਛਾ ਅੰਕਲ ਜੀ, ਤੁਸੀਂ ਇੱਥੇ ਰਹਿ ਕੇ ਕੰਮ ਕਰ ਰਹੇ ਹੋ ਜਾਨਵਰਾਂ ਦਾ, ਕੁਛ ਲੋਕ ਇੰਨੇ ਹੀ ਪੈਸੇ ਲਾ ਕੇ 5-10 ਲਾ ਕੇ ਬਾਹਰ ਚਲੇ ਜਾਂਦੇ ਨੇ, ਕੁਛ ਇੱਥੇ ਰਹਿ ਕੇ ਕਾਰੋਬਾਰ ਸ਼ੁਰੂ ਕਰਦੇ ਨੇ। ਤੁਹਾਡੀ ਕੀ ਰਾਏ ਵੇ ਕਿ ਇੱਥੇ ਰਹਿ ਕੇ ਕੰਮ ਕਰਨਾ ਜ਼ਿਆਦਾ ਫਾਇਦਾਮੰਦ ਹੈ ਜਾਂ ਬਾਹਰ ਜਾ ਕੇ ਪੈਸੇ ਕਮਾਉਣਾ ਜ਼ਿਆਦਾ ਫਾਇदेमंद है? ਇਹ ਤੇ ਜੀ ਆਪੋ ਆਪਣੇ ਜ਼ਿਹਨ ਦੀ ਗੱਲ ਹੈ। ਠੀਕ ਹੈ। ਨਸੀਬ ਆਪੋ ਆਪਣੇ ਨੇ, ਜਿਨ੍ਹਾਂ ਦੇ ਕਾਰੋਬਾਰ ਇੱਥੇ ਵੀ ਸੈੱਟ ਨੇ, ਦੂਰ ਅੱਗੇ ਟੁਰ ਗਏ ਨੇ ਮਾਲ ਵਾਲੇ ਬੰਦੇ। ਠੀਕ ਹੈ। ਤੇ ਜੇ ਅੱਲਾਹ ਪਾਕ ਵੱਲੋਂ ਉਹਨੇ ਆਗਾ ਨਹੀਂ ਹੋਣਾ ਤੇ ਉਹ ਜਿੱਥੇ ਮਰਜ਼ੀ ਵੀ ਟੁਰ ਜੇ, ਪ੍ਰਦੇਸ਼ 'ਚ ਜਾ ਕੇ ਵੀ ਖੱਜਲ ਖਰਾਬ ਹੋ ਕੇ 20-20 ਲੱਖ 10-10 15-15 ਲੱਖ ਲਾ ਕੇ ਵਾਪਸੀ ਆ ਜਾਂਦੇ ਨੇ ਬੰਦੇ। ਨਹੀਂ ਸੈੱਟ ਹੁੰਦੇ। ਠੀਕ ਹੈ। ਜੇ ਅੱਲਾਹ ਪਾਕ ਦੀ ਕਰਮ ਨਵਾਜ਼ੀ ਹੋਏ, ਉਹਦੀਆਂ ਰਹਿਮਤਾਂ ਹੋਣ ਤੇ ਇੱਥੇ ਵੀ ਤੁਸੀਂ ਕਾਰੋਬਾਰ ਕਰ ਲਓ, ਇਹਦੇ 'ਚ ਅੱਲਾਹ ਪਾਕ ਬਰਕਤ ਪਾ ਦੇ ਤੇ ਅਗਾਂ ਟੁਰ ਜਾਂਦਾ ਬੰਦਾ। ਠੀਕ ਹੈ। ਅੱਛਾ ਮਾਸ਼ਾਅੱਲਾ ਅੰਕਲ ਜੀ, ਤਜਰਬਾ ਵੀ ਤੁਹਾਡਾ ਬਹੁਤ ਜ਼ਿਆਦਾ ਵੇ। ਤੇ ਜਾਨਵਰਾਂ 'ਚ ਬਿਮਾਰੀਆਂ ਬੜੀ ਜ਼ਿਆਦਾ ਆਉਂਦੀਆਂ ਨੇ। ਜਾਨਵਰਾਂ 'ਚ 1-2 ਐਸੀ ਬਿਮਾਰੀ ਹੈ ਜਿਹੜੇ ਆ ਸਾਨੂੰ ਅਕਸਰ ਲੋਕੀ ਪੁੱਛਦੇ ਰਹਿੰਦੇ ਨੇ ਕਿ ਪਹਿਲਾਂ ਤਾਂ ਥਣਾ ਦਾ ਸਾੜੂ ਹੈ, ਠੀਕ ਹੈ ਨਾ, ਜਿਹਨੂੰ ਚੰਦਰੀ ਕਹਿੰਦੇ ਨੇ, ਉਹ ਹੋ ਗਿਆ। ਦੂਸਰਾ ਇਹ ਵੇ ਕਿ ਜਿਹੜਾ ਡੰਗਰ ਦੁੱਧੋਂ ਨਹੀਂ ਟੁਰਦਾ, ਇਹ ਹੋ ਗਿਆ। ਤੀਸਰਾ ਇਹ ਸੀ ਕਿ ਜਿਹੜਾ ਜਾਨਵਰ ਜੋੜ ਨਹੀਂ ਸੁੱਟਦਾ ਕੋਈ ਵੀ। ਇਹਨਾਂ ਤਿੰਨਾਂ ਦਾ ਕੋਈ ਇਲਾਜ ਦਾ ਪਹਿਲਾਂ ਸਾਨੂੰ ਦੱਸੋ, ਸਾੜੂ ਦਾ ਕੀ ਇਲਾਜ ਹੈ? ਕੋਈ ਦੇਸੀ ਇਲਾਜ ਹੈ? ਇਹ ਸਭ ਤੋਂ ਵੱਡੀ ਬਿਮਾਰੀ ਹੈ ਸਾੜੂ ਆ ਜਿਹੜੀ ਇਹ ਖੁਸ਼ਕੀ ਤੋਂ ਪੈਂਦੀ। ਜ਼ਬਰਦਸਤ। ਜਦੋਂ ਮੱਝ ਗਾਂ ਅੰਦਰੋਂ ਖੁਸ਼ਕ ਹੋ ਜਾਂਦੀ ਹੈ, ਲੋਕ ਤੇਲ ਨਹੀਂ ਦਿੰਦੇ, ਬਾਈਬਾਦੀ ਦਾ ਜ਼ੋਰ ਹੋ ਜਾਂਦਾ, ਉਹਦੀ ਵਜ੍ਹਾ ਤੋਂ ਥਣਾ ਤੇ ਅਸਰ ਪੈ ਜਾਂਦਾ। ਹੋਰ ਕੋਈ ਮਾਮਲਾ ਨਹੀਂ। ਤੇ ਇਹਦਾ ਜਿਹੜਾ ਜਿਹੜੀ ਮੱਝ ਦੁੱਧ ਨਹੀਂ ਟੁਰਦੀ ਕੋਈ ਵੀ, ਠੀਕ ਹੈ, ਸੂ ਕੇ ਵੀ, ਉਹਦਾ ਕੀ ਇਲਾਜ ਹੈ? ਕੋਈ ਜਿਹੜੀ ਸੁਣਦੇ ਮੱਝ ਇਸੇ ਤਰ੍ਹਾਂ ਖਰਾਬ ਹੋਈਏ ਜਾਂ ਜ਼ੋਰ ਦਾ ਕੋਈ ਮਸਲਾ ਬਣ ਜਾਏ, ਉਹਦਾ ਸੁਭਾ ਹੀ ਖਰਾਬ ਹੋ ਜਾਂਦਾ। ਉਹ ਤੇ ਫਿਰ ਮਾਲਕ ਦੇ ਬੜੇ ਨਸੀਬ ਚੰਗੇ ਹੋਣ ਤੇ ਫਿਰ ਹੀ ਉਹ ਹੁੰਦੀ ਹੈ ਸਿੱਧੀ। ਬਾਕੀ ਫਿਰ ਵੀ ਡਾਕਟਰ ਸਾਹਿਬ ਨੇੜੇ ਜਿਹੜੇ ਹੋਣ ਉਹਨਾਂ ਨਾਲ ਰਾਬਤਾ ਕਰਨਾ ਚਾਹੀਦਾ, ਕਿਉਂਕਿ
ਅਸੀਂ ਜਿੰਨਾ ਮਰਜ਼ੀ ਵੀ ਜਾਣਨੇ ਆ, ਜਿਹੜੇ ਕੋਰਸ ਮੁਕੰਮਲ ਉਹਨਾਂ ਕੀਤੇ ਨੇ ਅਸੀਂ ਉਹ ਨਹੀਂ ਕਰ ਸਕਦੇ, ਭਾਵੇਂ ਮਾਲ ਵੀ ਰੱਖਿਆ ਹੋਏ। ਅੱਛਾ ਮਾਸ਼ਾਅੱਲਾ ਅੰਕਲ ਜੀ, ਇੱਕ ਬੰਦਾ ਨਵਾਂ ਉਸ ਸਾਈਡ ਤੋਂ ਮੱਝਾਂ ਲੈਣ ਜਾਂਦਾ ਵੇ, ਉਹਨੂੰ ਕਿਹੜੀ ਕਿਹੜੀ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ? ਡੇਰੇ ਤੋਂ ਮੱਝ ਲੈਣੀ ਚਾਹੀਦੀ ਹੈ ਕਿ ਮੰਡੀਆਂ 'ਚ ਮੱਝ ਲੈਣੀ ਚਾਹੀਦੀ ਹੈ? ਮੱਝ ਡੇਰੇ ਤੋਂ ਲੈਣੀ ਚਾਹੀਦੀ ਹੈ, ਭਾਵੇਂ 2-4 ਹਜ਼ਾਰ ਮਹਿੰਗੀ ਮਿਲੇ, ਡੇਰੇ ਤੋਂ ਮੈਂ ਲੈਣੀ ਚਾਹੀਦੀ ਹੈ ਚੋ ਚਵਾ ਕੇ। ਮੰਡੀਆਂ ਦਾ ਮਾਲ ਜਿਹੜਾ ਇਹਦੇ 'ਚ ਬਹੁਤ ਡਾਊਟ ਹੁੰਦਾ, ਉੱਥੇ ਇੱਕ ਇੱਕ ਧਾਰ ਮਾਰਨੀ ਹੈ, ਪਤਾ ਨਹੀਂ ਚੰਗੀ ਹੈ ਜਾਂ ਮਾੜੀ, ਉਹ ਨਸੀਬ ਨੇ ਕਿਸੇ ਦੇ। ਠੀਕ ਹੈ। ਅੱਛਾ ਸਰ, 30 ਜਾਨਵਰਾਂ ਨੂੰ ਰੱਖਣ ਵਾਸਤੇ ਕਮ ਅਜ਼ ਕਮ ਕਿੰਨੀ ਕੁ ਜਗ੍ਹਾ ਬੰਦੇ ਕੋਲ ਹੋਣੀ ਚਾਹੀਦੀ ਹੈ? 30 ਜਾਨਵਰਾਂ ਵਾਸਤੇ ਜਗ੍ਹਾ 2 ਕਨਾਲ ਹੋਣੀ ਚਾਹੀਦੀ ਹੈ। 2 ਕਨਾਲਾਂ 'ਚ ਉਹਨੂੰ ਕਿੰਨੀ ਜਗ੍ਹਾ ਛੱਤਣੀ ਚਾਹੀਦੀ ਹੈ ਔਰ ਕਿਹੜੇ ਕਿਹੜੇ ਮਕਸਦ ਵਾਸਤੇ? ਬਰਾਮਦਾ ਜਿਹੜਾ ਇਹ ਜ਼ਰੂਰੀ ਹੈ ਮਾਲ ਵਾਸਤੇ। ਇਹ ਸਿਆਲ ਵੀ ਤੇ ਗਰਮੀਆਂ ਵੀ ਉਹ ਬਰਾਮਦੇ ਦੇ ਵਿੱਚ ਮਾਲ ਬਚ ਸਕਦਾ। ਉਸ ਤੋਂ ਬਾਕੀ ਗੋਦਾਮ ਤੂੜੀ ਵਾਸਤੇ ਬਹੁਤ ਜ਼ਰੂਰੀ ਹੈ। ਠੀਕ ਹੈ। ਉਹ ਉਸ ਤੋਂ ਬਾਅਦ ਟੋਕੇ ਦਾ ਛੋਟਾ ਕਮਰਾ ਸਾਰਾ ਜੀ ਬਹਿਣ ਵਾਸਤੇ, ਵੰਡੇ ਵਾਸਤੇ। ਠੀਕ ਹੈ। ਤੁਸੀਂ ਇੰਜ ਕਰ ਲਓ ਕਿ 2 ਕਨਾਲ ਜਗ੍ਹਾ ਤੇ ਅੱਧੀ ਛੱਤਣੀ ਚਾਹੀਦੀ ਹੈ। ठीक है, तो 1 कनाल ओपन रखनी चाहिए। ठीक हो गया। अच्छा, तालाब की की अहमियत है जानवरों वास्ते? क्या तालाब तो बगैर भी काम चल जाता या जरूरी है तालाब? भजन तलाब होण ज्यों ज्यों पैसा ज्यादा हुंदा जांदा लोग अपने शौक पूरे पे करते हैं। इस तो पिछा में साडे वड्डे वडेरे हन उन्हां बड़े बड़े मार रखे सन, कोई तलाब नहीं सी, कोई नहीं सी, छप्पड़ां च जाके माल पानी पींदा सी। सही हो गया, यानी एक्स्ट्रा सहूलत है, इस तो बगैर काम चल जाता है। हाँ जी, चल सकदा। ठीक है। बाकी सहूलतां बड़ियां ने, माल एक खुला है, ओहदे वास्ते बंदे घट भी होण, काम चल सकदा। अच्छा अंकल, तलाब दा इह वे कि तलाब बणिया ਤੁਸੀਂ 50 ਡੰਗਰ ਨੇ, ਉਹਨਾਂ ਨੂੰ 50 ਨੂੰ ਇੱਕ ਇੱਕ ਨੂੰ ਕਰਕੇ ਖੋਲ ਕੇ ਪਾਣੀ ਵਿਖਾਣਾ, ਨਵਾਉਣਾ। ਠੀਕ ਹੈ। ਬਹੁਤ ਜ਼ਿਆਦਾ ਟਾਈਮ ਲੱਗਣਾ। ਠੀਕ। ਜੇ ਤਲਾਬ ਬਣਿਆ ਤਾਂ ਸਾਰੇ ਖੋਲ ਕੇ ਇਕੱਠੇ ਵਿੱਚ ਵਾੜ ਦੇਣੇ ਨੇ। ਠੀਕ ਹੈ। ਉਹਨਾਂ ਨੂੰ ਨਵਾਉਣ ਦੀ ਜ਼ਰੂਰਤ ਨਹੀਂ ਪੈਣੀ। ਸਹੀ ਹੋ ਗਿਆ। ਇਹ ਸਹੂਲਤਾਂ ਸਹੀ ਹੋ ਗਿਆ, ਪੈਸੇ ਨਾਲ ਸਹੂਲਤ ਜਿਹੜੀ ਬਿਲਕੁਲ ਠੀਕ ਹੈ। ਅਮੀਅਤ। ਅੱਛਾ ਸਰ, ਇਹ ਦੱਸੋ ਕਿ ਤੁਸੀਂ ਦੁੱਧ ਇੱਥੇ ਹੀ ਵੇਚਦੇ ਹੋ ਜਾਂ ਦੁਕਾਨ ਪਾਈ ਦੀ ਤੁਸੀਂ ਆਪਣੀ? ਨਹੀਂ ਜੀ, ਸ਼ਹਿਰ ਹਾਜੀਪੁਰੇ ਜਾ ਕੇ ਅਰਸ਼ੀਦ ਗੁੱਜਰ ਹੈ, ਉਹਨੂੰ ਦਿੰਦੇ ਹੋ? ਕੀ ਰੇਟ ਮਿਲ ਜਾਂਦਾ ਹੈ? ਰੇਟ ਉੱਥੇ 100 ਰੁਪਇਆ। 100 ਰੁਪਏ ਰੇਟ ਤੁਹਾਨੂੰ ਮਿਲਦਾ ਹੈ ਉੱਥੇ ਜਾ ਕੇ ਦੁੱਧ ਸੇਲ ਕਰਨ 'ਚ, ਤੇ ਮਾਸ਼ਾਅੱਲਾ ਟਾਈਮ ਦੀ ਤੁਹਾਨੂੰ ਬਚਤ ਵੀ ਹੋ ਜਾਂਦੀ ਹੈ। ਕਿੰਨੇ ਬੰਦੇ ਮਿਲ ਕੇ ਤੁਸੀਂ ਇਹਨਾਂ ਨੂੰ ਸੰਭਾਲ ਰਹੇ ਹੋ? ਬੰਦੇ 4 ਬੰਦੇ ਸੰਭਾਲ ਰਹੇ ਹੋ। ਠੀਕ ਹੈ। ਅੱਛਾ ਸਰ, ਇਹ ਦੱਸੋ ਕਿ ਤੁਹਾਡੀ ਕੋਈ ਮੱਝ ਹਾਈਐਸਟ ਜਿਹੜੀ ਦੁੱਧ ਦਿੰਦੀ ਉਹ ਕਿੰਨਾ ਕੁ ਦਿੰਦੀ ਹੈ? ਦੁੱਧ ਜੀ ਫਰਕੋ ਫਰਕੀ 20 ਕਿਲੋ ਵੀ ਵਿੱਚ ਦੇ ਛੱਡਦੀਆਂ ਨੇ ਮੱਝਾਂ। ਕੋਈ ਇਸ ਟਾਈਮ 20 ਕਿਲੋ ਵਾਲੀ ਮੱਝ ਮੌਜੂਦ ਹੈ ਇੱਥੇ? 10 ਕਿਲੋ ਤੇ 12 ਕਿਲੋ। ਨਹੀਂ, ਅਸੀਂ ਵੇਖਣਾ ਚਾਹਾਂਗੇ 20 ਕਿਲੋ ਵਾਲੀ ਮੱਝ ਜਿਹੜੀ 20 ਕਿਲੋ ਮੱਝ ਦਿੰਦੀ ਹੈ। ਹਾਂਜੀ, ਵਿਖਾਣੇ। ਆਓ ਬੋਲ। ਇਹ ਜਨਾਬ ਜਦੋਂ ਤਾਜ਼ੀ ਸੁੰਦੀ ਹੈ 20 ਕਿਲੋ ਦੁੱਧ ਪਈ ਕਰਦੀ ਹੈ। ਕਿੰਨੇ ਕੁ ਮਹੀਨੇ ਤੱਕ 20 ਕਿਲੋ ਤੁਹਾਨੂੰ ਦੇ ਜਾਂਦੀ ਹੈ? ਇਹ ਇੱਕ 4-5 ਮਹੀਨੇ ਸੀ ਤਾਂ 20 ਕਿਲੋ ਦੁੱਧ ਦਿੰਦੀ ਹੈ। ਹਾਂਜੀ। ਇਹ ਕਿੱਥੋਂ ਲਿਆਏ ਸੋ? ਅਸਾਂ ਇਹ ਉਧਰੋਂ ਆਉਂਦੀਆਂ ਹਜੇ ਬੂਰੇ ਵਿਹਾੜੀ ਤੋਂ। ਬੂਰੇ ਵਿਹਾੜੀ ਤੋਂ। ਠੀਕ ਹੈ। ਅੰਕਲ ਜੀ, ਅਸੀਂ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਪੁੱਛੀਆਂ ਨੇ, ਕੋਈ ਖਾਸ ਗੱਲ ਜਿਹੜੀ ਨਵੇਂ ਦੋਸਤਾਂ ਨੂੰ ਪਤਾ ਹੋਣੀ ਚਾਹੀਦੀ ਹੈ ਅਸੀਂ ਨਹੀਂ ਪੁੱਛੀ, ਆਪਣੀ ਤਰਫੋਂ ਤੋਹਫਾ ਤੁਹਾਨੂੰ ਦੱਸ ਦਿਓ ਤਾਂ ਕਿ ਤੁਹਾਡੀ ਯਾਦਗਿਰੀ ਰਵੇ ਕਿ ਤੁਸੀਂ ਕੋਈ ਐਸਾ ਅੱਛਾ ਮਸ਼ਵਰਾ ਦਿੱਤਾ ਹੈ ਕਿ ਕਿਸਾਨਾਂ ਨੂੰ ਫਾਇਦਾ ਹੋਏ। ਇਹ ਕੰਮ ਕਰਨ ਵਾਸਤੇ ਬੜਾ ਬੰਦੇ ਦਾ ਜ਼ਿਹਨ ਹੋਣਾ ਚਾਹੀਦਾ ਹੈ। ਇਹ ਮਾਲ ਦਾ ਕੰਮ ਸਾਰੇ ਬੰਦੇ ਨਹੀਂ ਕਰ ਸਕਦੇ। ਨਵੇਂ ਬੰਦੇ ਜਿਹੜੇ ਨੇ ਉਹ ਇਸ ਕੰਮ 'ਚ ਪੈ ਕੇ ਬਹੁਤ ਜ਼ਿਆਦਾ ਨੁਕਸਾਨ 'ਚ ਟੁਰ ਜਾਂਦੇ ਨੇ। ਅੱਛਾ। ਉਹਨਾਂ ਨੂੰ ਮੱਝ ਦੀ ਪਛਾਣ ਨਹੀਂ ਹੁੰਦੀ ਕਿ ਚੰਗੀ ਕਿਹੜੀ ਹੈ ਜਾਂ ਮਾੜੀ ਕਿਹੜੀ ਹੈ, ਨਾ ਉਹ ਸੰਭਾਲ ਕਰ ਸਕਦੇ ਨੇ। ਮੁਲਾਜ਼ਮ ਰੱਖਦੇ ਨੇ, ਮੁਲਾਜ਼ਮ ਮਾਲ ਨੂੰ ਸਾਂਭ ਨਹੀਂ ਸਕਦੇ। ਠੀਕ ਹੈ। ਮੁਲਾਜ਼ਮਾਂ ਨਾ ਪਾਣੀ ਦਾਣਾ ਟਾਈਮ ਨਾਲ, ਜਾਂ ਫਿਰ ਮੁਲਾਜ਼ਮ ਉਹ ਬੰਦੇ ਦਾ ਮਾਲ ਸਾਂਭਦੇ ਨੇ ਕਿ ਜਿਹੜਾ ਬੰਦਾ 24 ਘੰਟੇ ਆਪੀ ਨਾਲ ਮੌਜੂਦ ਹੈ। ਠੀਕ ਹੈ। ਆਪੀ ਉਹਨੇ ਗੌਰ ਕਰਨਾ ਮਾਲ। ਠੀਕ ਹੈ। ਉਹ ਬੰਦਾ ਕਾਮਯਾਬ ਹੈ। ਸਹੀ ਹੈ। ਅੰਕਲ ਜੀ ਬਹੁਤ ਸ਼ੁਕਰੀਆ, ਬਹੁਤ ਕੀਮਤੀ ਗੱਲਾਂ ਤੁਹਾਨੂੰ ਦੱਸੀਆਂ ਨੇ। ਅੱਲਾਹ ਹਾਫਿਜ਼। अस्सलाम वालेकुम।